परिवार 'ਚ कोरोना किसी ਨੂੰ ਹੋ ਜਾਏ ਤੇ ਤੁਸੀਂ ਸਾਰਿਆਂ ਤੋਂ ਪਹਿਲਾਂ ਆਪਣੇ ਆਪ ਨੂੰ ਆਈਸੋਲੇਟ ਕਰੋ, ਅਗਲੇ ਦੂਸਰੇ ਕਮਰੇ 'ਚ ਰਹੋ ਤਾਂ ਕਿ ਆਪਣੇ ਆਪ ਨੂੰ ਉਹਨਾਂ ਤੋਂ ਬਚਾ ਸਕੋ ਜਿੰਨਾ ਹੋ ਸਕੇ। ਬੁਖਾਰ ਦੇ ਨਾਲ ਬੱਚੇ ਨੂੰ ਬਹੁਤ ਨੁਕਸਾਨ ਹੁੰਦਾ ਹੈ, ਇਸ ਕਰਕੇ ਬੁਖਾਰ ਨੂੰ ਅਸੀਂ ਘਟਾਉਣਾ ਹੈ। You should maintain hygiene when you are touching your face. कोरोना के केसेस लगातार ਵਧਦੇ ਜਾ ਰਹੇ ਨੇ ਔਰ ਨਾਲ ਹੀ ਵਧਦੀਆਂ ਜਾ ਰਹੀਆਂ ਨੇ ਚਿੰਤਾਵਾਂ ਵੀ। ਔਰ ਇਸ ਦੇ ਵਿੱਚ ਅਗਰ ਕੋਈ ਪ੍ਰੈਗਨੈਂਟ ਵੂਮਨ ਹੈਗੀ ਐਕਸਪੈਕਟਿੰਗ ਮਦਰ ਹੈਗੀਆਂ ਨੇ, ਉਹਨਾਂ ਦੀਆਂ ਚਿੰਤਾਵਾਂ ਵਧਣੀਆਂ ਲਾਜ਼ਮੀਆਂ ਹੋ ਜਾਂਦੀਆਂ ਨੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਨੇ ਕਿ ਜੇਕਰ ਉਹਨਾਂ ਨੂੰ ਕੋਰੋਨਾ ਹੋ ਗਿਆ ਤਾਂ ਕੀ ਕੁਝ ਕੰਪਲਿਕੇਸ਼ਨਸ ਆ ਸਕਦੀਆਂ ਹੈਗੇ ਨੇ, ਤੇ ਹੋਰ ਬੜੇ ਸਵਾਲ ਨੇ ਜਿਹੜੇ ਕਿ ਇੱਕ ਐਕਸਪੈਕਟਿੰਗ ਮਦਰ ਜਿਹੜੀ ਹੈਗੀ ਹੈ ਉਹ ਜਿਹੜੀ ਹੈਗੀ ਹੈ ਜੂਝ ਰਹੀ ਹੁੰਦੀ ਹੈ। ਔਰ ਇਸੇ ਕਾਰਨ ਅੱਜ ਮੇਰੇ ਨਾਲ ਮੌਜੂਦ ਨੇ ਡਾਕਟਰ ਰਿਤਾਂਬਰਾ ਭੱਲਾ, ਜੋ ਕਿ ਗਾਇਨੋਕੋਲੋਜਿਸਟ ਹੈਗੇ ਨੇ, ਔਰ ਉਹਨਾਂ ਨਾਲ ਹੀ ਗੱਲਬਾਤ ਕਰਦੇ ਆ ਕਿ ਐਕਸਪੈਕਟਿੰਗ ਮਦਰਸ ਦੇ ਮਨ ਦੇ ਵਿੱਚ ਕੀ ਕੁਝ ਚੱਲ ਰਿਹਾ ਔਰ ਕੀ ਕੁਝ ਜਿਹੜੇ ਮਿਥਸ ਹੈਗੇ ਨੇ ਜਿਨ੍ਹਾਂ ਨੂੰ ਤੋੜਨ ਦੀ ਲੋੜ ਹੈਗੀ ਹੈ। ਜੀ ਰਿਤਾਂਬਰਾ ਭੱਲਾ, ਬਹੁਤ ਸਾਰੇ ਸਵਾਲ ਜੋ ਇੱਕ ਪ੍ਰੈਗਨੈਂਟ ਲੇਡੀ ਦੇ ਮਨ ਦੇ ਵਿੱਚ ਆਉਂਦੇ ਹੈਗੇ ਨੇ ਕਿ ਜੇਕਰ ਉਸਨੂੰ ਕਰੋਨਾ ਹੋ ਜਾਂਦਾ ਹੈਗਾ, ਬਿਕਾਜ਼ ਸੈਕੰਡ ਵੇਵ ਬਹੁਤ ਹੀ ਜ਼ਿਆਦਾ ਕੰਟੇਜੀਅਸ ਹੈਗੀ ਹੈ, ਸੋ ਇੱਕ ਪ੍ਰੈਗਨੈਂਟ ਵੂਮਨ ਨੂੰ ਕਿੰਨਾ ਜ਼ਿਆਦਾ ਸਤਰਕ ਹੋਣ ਦੀ ਲੋੜ ਹੈ, ਸਤਰਕ ਦੇ ਨਾਲ ਨਾਲ ਲੇਕਿਨ ਪੈਨਿਕ ਜਿਹੜਾ ਹੈਗਾ ਉਹ ਨਾ ਹੋਵੇ। ਕੋਰੋਨਾ ਬਿਮਾਰੀ ਤੁਸੀਂ ਦੇਖਿਆ ਹੋਣਾ ਇੰਨਾ ਨੰਬਰ ਹੈਗਾ, ਪਰ ਜਿਹੜੀ ਸੀਰੀਅਸ ਬਿਮਾਰੀ ਹੈ ਉਹ ਬਹੁਤ ਘੱਟ ਹੈ, ਰਾਈਟ। ਅਰਾਊਂਡ 1% ਐਕਚੁਅਲੀ ਰਿਕੁਆਇਰਡ ਟੂ ਬੀ ਇਨ ਦਾ ਹਸਪੀਟਲ। ਸੋ ਪ੍ਰੈਗਨੈਂਟ ਲੇਡੀਜ਼ ਦਾ ਵੀ ਇਹੀ ਹਿਸਾਬ ਹੈ ਕਿ ਉਹਨਾਂ ਨੇ 1% ਜਾਂ ਥੋੜੀ ਜਿਹੀ ਮਾਤਰਾ 'ਚ ਹੀ ਪੇਸ਼ੈਂਟ ਹੈਗੇ ਜਿਨ੍ਹਾਂ ਨੂੰ ਹਸਪਤਾਲ ਦੀ ਲੋੜ ਹੈ, ਤੇ ਉਹਨਾਂ ਨੂੰ ਫਿਰ ਟੈਨਸ਼ਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਜੇ ਤੁਹਾਨੂੰ ਕੋਰੋਨਾ ਹੋ ਜਾਵੇ, ਫਸਟ ਲੈਟਸ ਲੁੱਕ ਐਟ ਕਿ ਤੁਹਾਡੇ ਪਰਿਵਾਰ 'ਚ ਕਿਸੇ ਨੂੰ ਕੋਰੋਨਾ ਹੋ ਜਾਏ। ਜੇ ਤੁਹਾਡੇ ਪਰਿਵਾਰ 'ਚ ਕੋਰੋਨਾ ਕਿਸੇ ਨੂੰ ਹੋ ਜਾਏ ਤੇ ਤੁਸੀਂ ਸਾਰਿਆਂ ਤੋਂ ਪਹਿਲਾਂ ਆਪਣੇ ਆਪ ਨੂੰ ਆਈਸੋਲੇਟ ਕਰੋ, ਅਗਲੇ ਦੂਸਰੇ ਕਮਰੇ 'ਚ ਰਹੋ ਤਾਂ ਕਿ ਆਪਣੇ ਆਪ ਨੂੰ ਉਹਨਾਂ ਤੋਂ ਬਚਾ ਸਕੋ ਜਿੰਨਾ ਹੋ ਸਕੇ। ਜੇ ਤੁਹਾਨੂੰ ਮਾਈਲਡ ਸਿੰਪਟਮਸ ਹੈਗੇ, ਖਾਂਸੀ ਜ਼ੁਕਾਮ ਬੁਖਾਰ ਲਈ ਦਵਾਈ ਲੈਣੀ ਜ਼ਰੂਰੀ ਹੈ। ਇਹ ਨਹੀਂ ਕਿ ਤੁਸੀਂ ਮੈਡਮ ਅੱਧੀ ਗੋਲੀ ਕਰੋਸਿਨ ਖਾ ਲਾ, ਪੂਰੀ ਗੋਲੀ ਖਾਣੀ ਹੈ। ਜਿੱਦਾਂ ਕਰੋਨਾ ਦਾ ਟ੍ਰੀਟਮੈਂਟ ਬਾਕੀ ਡਾਕਟਰ ਕਹਿੰਦੇ ਨੇ ਉਹ ਪੂਰਾ ਕਰਨਾ ਹੈ। ਇਹ ਨਹੀਂ ਆਪਣਾ ਆਧਾ ਅਧੂਰਾ ਟ੍ਰੀਟਮੈਂਟ ਨਹੀਂ ਕਰਨਾ ਹੈ। ਪੈਨਿਕ ਨਹੀਂ ਕਰਨਾ ਹੈ। 99% ਚਾਂਸਸ ਹੈ ਕਿ ਤੁਹਾਨੂੰ ਸੀਵੀਅਰ ਡਿਜ਼ੀਜ਼ ਨਹੀਂ ਹੋਗੀ। ਸੀਵੀਅਰ ਦੇ ਲੱਛਣ ਕੀ ਹੈ ਕਿ ਬੁਖਾਰ ਨਾ ਟੁੱਟੇ ਜਾਂ ਆਪकी ਸੈਚੂਰੇਸ਼ਨ ਤੁਹਾਡੀ ਘੱਟ ਜਾਵੇ। 93 ਕੱਟ ਆਫ ਹੈ, ਜਾਂ 93 ਤੋਂ ਘੱਟ ਲੈਸ ਹੋਵੇ ਦੈਨ ਤੁਸੀਂ ਆਪਣੇ ਡਾਕਟਰ ਨੂੰ ਜ਼ਰੂਰ ਦਿਖਾਣਾ ਹੈ। ਉਸ ਤੋਂ ਇਲਾਵਾ ਜੇ ਸਾਹ ਲੈਣ 'ਚ ਤਕਲੀਫ ਹੋਵੇ, ਕੋਈ ਹੋਰ ਸਿੰਪਟਮ ਹੋਵੇ ਜਿਹੜਾ ਕਿ ਤੁਹਾਨੂੰ ਲੂਜ਼ ਮੋਸ਼ਨ ਬਹੁਤ ਜ਼ਿਆਦਾ ਲੱਗ ਗਈਆਂ ਜਾਂ ਕੋਈ ਹੋਰ ਕੋਈ ਚੀਜ਼ ਜਿਹੜੀ ਕਿ ਤੁਹਾਨੂੰ ਲੱਗਦਾ ਕਿ ਇਹ ਨਾਰਮਲ ਨਹੀਂ ਹੈ, ਉਹਦੇ ਲਈ ਡਾਕਟਰੀ ਸਲਾਹ ਜ਼ਰੂਰੀ ਹੈ। ਡਰਨ ਦੀ ਕੋਈ ਲੋੜ ਨਹੀਂ ਹੈ ਅਤੇ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਹੈ। ਬਰੀਦਿੰਗ ਐਕਸਰਸਾਈਜ਼ ਕਰੋ, ਜਿਹੜੀ ਦਵਾਈਆਂ ਵਿਟਾਮਿਨ ਸੀ, ਜ਼ਿੰਕ, ਪਾਣੀ, ਸਾਰਾ ਕੁਝ ਪ੍ਰੈਗਨੈਂਸੀ 'ਚ ਅਲਾਉਡ ਹੈ। ਜਿੰਦਾ ਰਹੋਗੇ ਤੇ ਬੱਚਾ ਵੀ ਠੀਕ ਰਹੂਗਾ। ਬੁਖਾਰ ਦੇ ਨਾਲ ਬੱਚੇ ਨੂੰ ਬਹੁਤ ਨੁਕਸਾਨ ਹੁੰਦਾ ਹੈ, ਇਸ ਕਰਕੇ ਬੁਖਾਰ ਨੂੰ ਅਸੀਂ ਘਟਾਉਣਾ ਹੈ, ਰਾਈਟ। ਸੋ ਡਿਜ਼ੀਜ਼ ਬਾਕੀ ਜਿੰਨੀ ਪੋਪੂਲੇਸ਼ਨ 'ਚ ਹੈਗੀ ਹੈ ਉਨਾ ਹੀ ਰਿਸਕ। ਪਿਛਲੀ ਵੇਵ 'ਚ ਅਸੀਂ ਕਹਿੰਦੇ ਸੀ ਕਿ ਪ੍ਰੈਗਨੈਂਟ ਲੇਡੀਜ਼ ਨੂੰ ਹੋ ਹੀ ਨਹੀਂ ਰਹੀ, ਹੁਣ ਦਿਸ ਵੇਵ ਵਿੱਚ ਪ੍ਰੈਗਨੈਂਟ ਲੇਡੀਜ਼ ਨੂੰ ਉਸੇ ਮਾਤਰਾ 'ਚ ਹੋ ਰਹੀ ਹੈ ਜਿੰਨੀ ਕਿ ਬਾਕੀਆਂ ਨੂੰ ਹੋ ਰਹੀ ਹੈ। ਮਤਲਬ ਪ੍ਰੈਗਨੈਂਟ ਵੂਮਨ ਹੁਣ ਜ਼ਿਆਦਾ ਵਲਨਰੇਬਲ ਹੋ ਗਈਆਂ ਨੇ। ਪ੍ਰੈਗਨੈਂਟ ਵੂਮਨ ਵੈਸੇ ਵੀ ਜਿੱਦਾਂ ਤੁਸੀਂ ਪ੍ਰੈਗਨੈਂਟ ਵੂਮਨ ਹਰ ਇਨਫੈਕਸ਼ਨ ਲਈ ਵਲਨਰੇਬਲ ਹੈ। ਇਮਿਊਨ ਸਿਸਟਮ ਡਾਊਨ ਕਰਕੇ ਹੀ ਬੱਚਾ ਅੰਦਰ ਰੱਖਿਆ ਜਾਂਦਾ ਹੈ, ਰਾਈਟ। ਸੋ ਰਿਸਕ ਉਹਨਾਂ ਨੂੰ ਜ਼ਿਆਦਾ ਹੀ ਹੁੰਦਾ ਹੈ। ਸਮਹਾਉ ਲਾਸਟ ਵੇਵ ਵਿੱਚ ਪ੍ਰੈਗਨੈਂਟ ਲੇਡੀਜ਼ ਦਾ ਬਚਾ ਰਿਹਾ, ਐਤਕੀ ਇਸ ਤਰ੍ਹਾਂ ਨਹੀਂ ਹੈ, ਰਾਈਟ। ਬਟ ਦੈਟ ਡਜ਼ਨਟ ਮੀਨ ਕਿ ਤੁਸੀਂ ਆਪਣੇ ਆਪ ਨੂੰ ਟੈਨਸ਼ਨ 'ਚ ਪਾਓ, ਕਿਉਂਕਿ ਜਿਹੜੀ ਸੀਰੀਅਸ ਬਿਮਾਰੀ ਹੈਗੀ ਹੈ, ਜਿਹੜੀ ਜਾਨਲੇਵਾ ਹੈ, ਉਹਦੀ ਤਾਦਾਦ ਬਹੁਤ ਲੈਸ ਹੈ, ਘੱਟ ਹੈ, ਰਾਈਟ। ਪਰ ਪ੍ਰੀਕਾਸ਼ਨ ਛੱਡਣਾ ਇਜ਼ ਗੋਇੰਗ ਟੂ ਬੀ ਡਿਜ਼ਾਸਟਰ। ਆਪਣੇ ਆਪ ਨੂੰ ਬਚਾ ਕੇ ਰੱਖਣਾ ਹੀ ਪ੍ਰੀਵੈਂਸ਼ਨ ਹੈ, ਕਿਉਂਕਿ ਹਲੇ ਤੱਕ ਆਪਾਂ ਨੂੰ ਇਹ ਨਹੀਂ ਪਤਾ ਕਿ ਕਿੰਨੀ ਲੇਡੀਜ਼ ਦੇ ਬੱਚਿਆਂ ਨੂੰ ਅਫੈਕਟ ਹੋਏਗਾ। ਜਿਹੜਾ ਲਿਟਰੇਚਰ ਹੈ ਉਹਦੇ ਵਿੱਚ ਬੱਚੇ ਨੂੰ ਕੋਈ ਅਫੈਕਟ ਨਹੀਂ ਹੋ ਰਿਹਾ, ਰਾਈਟ। ਬਟ ਲੌਂਗ ਟਰਮ ਬੱਚਿਆਂ ਨੂੰ ਕੀ ਨੁਕਸਾਨ ਹੋ ਸਕਦਾ ਇਸ ਬਿਮਾਰੀ ਕਰਕੇ, ਇਹ ਟਾਈਮ ਵਿਲ ਟੈਲ। ਮੈਂ ਇਹ ਸਵਾਲ ਪੁੱਛਣਾ ਚਾਹ ਰਹੀ ਸੀ ਕਿ ਬਹੁਤ ਜ਼ਿਆਦਾ ਇੱਕ ਮਿਥਸ ਰਹਿੰਦੇ ਹੈਗੇ ਨੇ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਦਵਾਈ ਨਹੀਂ ਲੈਣੀ ਹੁੰਦੀ। ਬਹੁਤ ਜ਼ਿਆਦਾ ਜੋ ਐਕਸਪੈਕਟਿੰਗ ਮਦਰਸ ਨੇ ਉਹ ਕਹਿੰਦੀਆਂ ਨੇ ਕਿ ਬੇਫਜ਼ੂਲ ਫਾਲਤੂ ਦੀ ਕੋਈ ਦਵਾਈ ਨਹੀਂ ਲੈਣੀ, ਜਿਹੜੀ ਰეკਮੈਂਡਡ ਹੈਗੀ ਆ ਉਹੀ ਲੈਣੀ ਹੈ। ਬਾਕੀ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਅਗਰ ਦਵਾਈ ਬਾਏ ਦਾ ਵੀ ਕਰੋਨਾ ਤੁਹਾਨੂੰ ਹੋ ਜਾਂਦਾ ਹੈਗਾ ਤਾਂ ਦਵਾਈ ਲੈਣੀ ਬਹੁਤ ਲਾਜ਼ਮੀ ਹੈ, ਬਹੁਤ ਜ਼ਰੂਰੀ ਹੈ। ਕਿਉਂਕਿ ਬੁਖਾਰ ਕੋਈ ਵੀ ਬਿਮਾਰੀ ਨਾਲ ਹੋਵੇ ਉਹ ਬੱਚੇ ਨੂੰ ਜ਼ਿਆਦਾ ਰਿਸਕ ਦਿੰਦਾ ਹੈ।
ਸੋ ਬੁਖਾਰ ਤੋਂ ਬਚਾਉਣਾ ਹੈ ਬੱਚੇ ਨੂੰ, ਗਰਮ এনवायरमेंट ਤੋਂ ਬਚਾਉਣਾ ਹੈ। ਜੇ ਤੁਹਾਨੂੰ 102 103 ਬੁਖਾਰ ਹੋ ਗਿਆ, ਤੁਸੀਂ ਕਹੋ ਕਿ ਮੈਂ ਚੌਧਰੀ ਬਣ ਕੇ ਦਵਾਈ ਨਹੀਂ ਲੈਣੀ, ਤੇ ਜਿਹੜਾ ਵਾਰਮ এনवायरमेंट ਦੇ ਵਿੱਚ ਹੀ ਬੇਬੀ ਦੀ ਹਾਰਟ ਬੀਟ ਘੱਟ ਬੰਦ ਹੋ ਸਕਦੀ ਹੈ। ਸੋ ਦਵਾਈ ਨਾ ਲੈਣਾ ਖਤਰਨਾਕ ਹੋ ਸਕਦਾ ਹੈ। ਸੋ ਦਵਾਈ ਜ਼ਰੂਰ ਲੈਣੀ ਹੈ, ਰਾਈਟ। ਸਾਰੀਆਂ ਦਵਾਈਆਂ ਨਹੀਂ ਅਲਾਉਡ ਹੈ, ਸਿਰਫ ਕਰੋਸਿਨ ਅਲਾਉਡ ਹੈ ਤੇ ਵਿਟਾਮਿਨ ਸੀ ਮਲਟੀਵਿਟਾਮਿਨ ਇਹੀ ਅਲਾਉਡ ਹੈ। ਐਂਟੀਵਾਇਰਲ ਮੈਡੀਸਿਨਸ ਆਪਣੇ ਆਪ ਓਵਰ ਦ ਕਾਊਂਟਰ ਨਹੀਂ ਲੈਣੀ। ਆਈਵਰਮੈਕਟਿਨ ਵਗੈਰਾ ਵਗੈਰਾ ਬੜੀ ਸਾਰੀਆਂ ਓਰਲ ਟੈਬਲੇਟਸ ਹੈਗੀਆਂ, ਫਲੈਵੀਪੁਰ, ਉਹ ਸਾਰੀਆਂ ਦਵਾਈਆਂ ਡਾਕਟਰੀ ਸਲਾਹ ਤੋਂ ਬਗੈਰ ਨਹੀਂ ਲੈਣੀ। ਕਿਉਂਕਿ ਉਹਨਾਂ ਦੀ ਇੰਡੀਕੇਸ਼ਨ ਹੀ ਹੁਣ WHO ਨੇ, ICMR ਸਾਰਿਆਂ ਨੇ ਕਿਹਾ ਕਿ ਉਹ ਦਵਾਈ ਵੈਸੇ ਹੀ ਨਹੀਂ ਕੰਮ ਕਰ ਰਹੀ। ਠੀਕ ਹੈ। ਸੋ ਪ੍ਰੈਗਨੈਂਸੀ 'ਚ ਕੋਈ ਦਵਾਈ ਬਗੈਰ ਸਲਾਹ ਤੋਂ ਨਹੀਂ ਲੈਣੀ। ਕਰੋਸਿਨ ਤੁਸੀਂ ਦਿਨ 'ਚ 3 ਵਾਰੀ ਲੈ ਸਕਦੇ ਹੋ, ਸੇਫਲੀ ਲੈ ਸਕਦੇ ਹੋ। ਜੇ ਬੁਖਾਰ 3 ਦਿਨਾਂ 'ਚ ਨਾ ਠੀਕ ਹੋਵੇ, ਪਲੀਜ਼ ਡਾਕਟਰ ਨੂੰ ਮਿਲੋ। ਠੀਕ ਹੈ। ਤਾਂ ਹੋਰ ਕੀ ਕੁਝ ਕੰਪਲਿਕੇਸ਼ਨਸ ਜਿਹੜੀਆਂ ਹੈਗੇ ਨੇ, ਤੁਸੀਂ ਬਿਕਾਜ਼ ਯੂ ਆਰ ਅ ਗਾਇਨੋਕੋਲੋਜਿਸਟ, ਤੇ ਕਿੰਨੀਆਂ ਕੁਝ ਕੰਪਲਿਕੇਸ਼ਨਸ ਤੁਸੀਂ ਦੇਖੀਆਂ ਨੇ ਪ੍ਰੈਗਨੈਂਟ ਵੂਮਨ ਦੇ ਵਿੱਚ ਔਰ ਡਿਲੀਵਰੀ ਦੇ ਵੇਲੇ ਜਾਂ ਪੋਸਟ ਡਿਲੀਵਰੀ ਤੋਂ ਬਾਅਦ? ਦੇਖੋ, ਮੇਰੀ ਰਿਕੁਐਸਟ ਅੱਜ ਇਸ ਮਾਧਿਅਮ ਤੋਂ ਹੈਗੀ ਹੈ ਟੂ एवरीवन ਕਿ ਜੇ ਤੁਸੀਂ ਪੋਜ਼ਿਟਿਵ ਹੋ ਤੇ ਤੁਸੀਂ ਪਹਿਲਾਂ ਫੋਨ ਤੇ ਡਾਕਟਰ ਤੋਂ ਗੱਲ ਕਰੋ। ਡੂ ਨਾਟ ਗੋ ਐਂਡ ਵਿਜ਼ਿਟ। ਮੈਡਮ, ਮੈਂ ਨਾ 2 ਦਿਨ ਪਹਿਲਾਂ ਟੈਸਟ ਕਰਾਇਆ ਸੀ, ਅੱਜ ਮੈਨੂੰ ਲੱਗਿਆ ਕਿ ਥੋੜਾ ਜਿਹਾ ਬੱਚਾ ਘੱਟ ਘੁੰਮ ਰਿਹਾ, ਇਸ ਕਰਕੇ ਮੈਂ ਆ ਗਈ। ਨੋ, ਦੈਟ ਇਜ਼ ਨਾਟ ਐਕਸੈਪਟੇਬਲ। ਕਿਉਂਕਿ ਤੁਹਾਨੂੰ ਜੇ ਤੁਸੀਂ ਆਓਗੇ ਹਸਪਤਾਲ, ਤੁਸੀਂ ਬਾਕੀ ਇੰਨੀ ਲੇਡੀਜ਼ ਨੂੰ ਅਫੈਕਟ ਕਰੋਗੇ, ਰਾਈਟ। ਤੇ ਤੁਸੀਂ 99% ਲੇਡੀਜ਼ ਆਪਣੀਆਂ ਰਿਪੋਰਟਾਂ ਹਾਈਡ ਕਰਦੀਆਂ। ਰੋਜ਼ ਅਸੀਂ ਦੇਖਦੇ ਹਾਂ ਕਿ ਸਵੇਰੇ ਸਾਨੂੰ ਦਿਖਾ ਕੇ ਜਾਂਦੀਆਂ, ਸ਼ਾਮ ਨੂੰ ਫੋਨ ਕਰਦੇ, ਮੈਡਮ ਅਸੀਂ ਪੋਜ਼ਿਟਿਵ ਹੈ ਜਾਂ ਮੇਰੇ ਹਸਬੈਂਡ ਪੋਜ਼ਿਟਿਵ ਹੈ। that is a blunder. There is nothing more disastrous than that, ਕਿਉਂਕਿ ਜੇ ਤੁਸੀਂ ਟੈਸਟ ਕਰਾਇਆ ਹੈ, ਤੁਹਾਡੀ ਸੋਸ਼ਲ ਰਿਸਪੌਂਸਿਬਿਲਿਟੀ ਹੈ ਕਿ ਤੁਸੀਂ ਜਦੋਂ ਤੱਕ ਰਿਪੋਰਟ ਨਾ ਆਵੇ ਤੁਸੀਂ ਘਰੋਂ ਬਾਹਰ ਨਾ ਨਿਕਲੋ। ਸਪਰੈਡ ਕਾਹਦੇ ਲਈ ਹੋ ਰਿਹਾ? ਇਸ ਕਰਕੇ ਹੋ ਰਿਹਾ ਬਿਕੋਜ਼ ਕੋਈ ਵੀ ਹਿੰਦੁਸਤਾਨ 'ਚ ਆਪਣੀ ਰਿਸਪੌਂਸਿਬਿਲਿਟੀ ਨਹੀਂ ਲੈ ਰਿਹਾ, ਰਾਈਟ। ਇਸ ਕਰਕੇ ਸਿਸਟਮ ਕੋਲੈਪਸ ਹੋਣ ਦੇ ਤਾਦਾਰ ਤੇ ਆ ਗਿਆ, ਰਾਈਟ। ਸੋ ਜੇ ਤੁਸੀਂ ਪੋਜ਼ਿਟਿਵ ਹੋ ਤੇ ਯੂ ਹਾਈਡ ਦ ਰਿਪੋਰਟ ਵੈਨ ਯੂ ਗੋ ਟੂ ਦ ਹਸਪੀਟਲ। ਆਪਣੇ ਲਈ ਤੁਸੀਂ ਮੁਸੀਬਤ ਮਤਲਬ ਲੈ ਰਹੇ ਹੋ, ਬਿਕੋਜ਼ ਕੰਪਲਿਕੇਸ਼ਨ ਜਿਹੜੀ ਕੀ ਹੁੰਦੀ ਹੈ ਕੋਵਿਡ ਦੇ ਨਾਲ, ਇਟ ਇਜ਼ ਨੋ ਕੰਪਲਿਕੇਸ਼ਨ ਟੂ ਸਿਵੀਅਰ ਕੰਪਲਿਕੇਸ਼ਨ ਕੀ ਡੈਥ ਵੀ ਹੋ ਸਕਦੀ ਹੈ। ਕਿਉਂਕਿ ਆਈ ਥਿੰਕ ਜਿਨ੍ਹਾਂ ਨੇ ਟ੍ਰੀਟਮੈਂਟ ਸਟ੍ਰੈਟਜੀ ਦੇਖੀ ਹੋਣੀ, ਉਹਦੇ 'ਚ ਦੇਖਿਆ ਹੋਣਾ ਕਿ ਲੋ ਮੋਲੀਕੂਲਰ ਵੇਟ ਹੈਪਰਿਨ ਦਿੱਤੀ ਜਾਂਦੀ ਹੈ as a blood thinner to prevent thrombosis, right? So ਜੇ pregnancy ਵਿੱਚ ਵੈਸੇ ਹੀ thrombosis ਦਾ ਚਾਂਸ ਬਹੁਤ ਹੈ। ਜੇ ਤੁਸੀਂ ਆਪਣੀ ਰਿਪੋਰਟ ਛੁਪਾ ਲਓਗੇ, ਅਸੀਂ ਕਿਉਂ ਦਵਾਂਗੇ ਤੁਹਾਨੂੰ? ਕਿਉਂਕਿ ਬਲੀਡਿੰਗ ਵਧਾਉਣ ਵਾਲੀ ਇੰਜੈਕਸ਼ਨ ਅਸੀਂ ਨਹੀਂ ਦਵਾਂਗੇ। ਪਰ ਜੇ ਤੁਸੀਂ ਰਿਪੋਰਟ ਛੁਪਾ ਲਓਗੇ, ਇੰਜੈਕਸ਼ਨ ਨਹੀਂ ਲਓਗੇ, ਤੇ ਤੁਹਾਨੂੰ ਹਾਰਟ ਅਟੈਕ ਤੋਂ ਲੈ ਕੇ ਬ੍ਰੇਨ ਸਟ੍ਰੋਕ ਦਾ ਖਤਰਾ ਹੈ। ਸੋ ਆਫ ਕੋਰਸ ਦੱਸਣਾ ਜ਼ਰੂਰੀ ਹੈ। ਆਪਣੀ ਰਿਪੋਰਟ ਪਲੀਜ਼ ਡਾਕਟਰ ਨੂੰ ਰਿਵੀਲ ਕਰੋ। ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਫॉर योर ਸੇਕ। ਲੀਵ ਅਲੋਨ ਡਾਕਟਰ ਐਂਡ ਹਸਪੀਟਲ, at least for your own selfish reason, please reveal the report. Right. ਇੱਕ ਹੋਰ ਸਵਾਲ ਜਿਹੜਾ ਹਰ ਕਿਸੇ ਦੇ ਐਕਸਪੈਕਟਿੰਗ ਮਦਰ ਦੇ ਮਨ ਚ ਆਉਂਦਾ ਉਹ ਹੈ ਕਿ ਕਿਉਂਕਿ ਵੈਕਸੀਨੇਸ਼ਨ ਜਿਹੜੀ ਹੈਗੀ ਹੈ ਡਰਾਈਵ ਉਹ ਸ਼ੁਰੂ ਹੋਈ ਹੈ, ਸੋ ਇਸ ਵੇਲੇ ਜਦੋਂ ਇੱਕ ਐਕਸਪੈਕਟਿੰਗ ਮਦਰ ਹੈਗੀ ਹੈ ਉਸਨੂੰ ਵੈਕਸੀਨ ਲਵਾਉਣੀ ਚਾਹੀਦੀ ਹੈਗੀ ਹੈ, ਨਹੀਂ ਲਵਾਉਣੀ ਚਾਹੀਦੀ, ਉਹਦੇ ਪੋਸਟ ਇਫੈਕਟਸ ਕੀ ਕੁਝ ਹੋ ਸਕਦੇ ਨੇ? ਦੇਖੋ, ਜਿਹੜਾ ਇੰਟਰਨੈਸ਼ਨਲ ਡਾਟਾ ਹੈ ਉਹ ਫਾਈਜ਼ਰ ਤੇ ਮੋਡਰਨਾ ਜਿਹੜੀ ਅਮਰੀਕਾ 'ਚ ਵੈਕਸੀਨ ਹੈਗੀ ਅਵੇਲੇਬਲ ਉਹਦੇ ਤੇ ਹੈ, ਰਾਈਟ। ਐਂਡ ਦ ਸੇਫਟੀ ਹੈਜ਼ ਬੀਨ ਸਟੱਡੀਡ ਐਟ ਲੈਂਥ। ਸੋ ਉਹ ਮੰਨਦੇ ਨੇ ਕਿ ਵੈਕਸੀਨ ਇਜ਼ ਵੈਰੀ ਵੈਰੀ ਸੇਫ, ਤੇ ਪ੍ਰੈਗਨੈਂਟ ਲੇਡੀਜ਼ ਨੂੰ ਲਗਾਓ, ਠੀਕ ਹੈ। ਜਿਹੜੀ ਆਪਣੇ ਦੇਸ਼ 'ਚ ਵੈਕਸੀਨ ਅਵੇਲੇਬਲ ਹੈ, ਕੋਵਿਸ਼ੀਲਡ ਐਂਡ ਕੋਵੈਕਸੀਨ, ਉਹ ਹਲੇ ਨਾਨ ਪ੍ਰੈਗਨੈਂਟ ਨੂੰ ਤਾਂ ਲੱਗੀ ਨਹੀਂ, ਤੇ ਉਹਦੇ ਤੇ ਡਾਟਾ ਹੀ ਨਹੀਂ ਹੈ। ਸੋ if you can avoid and take all the precaution like mask, nose to chin mask is the most important thing. There is no shortcut, right? ਜੇ ਤੁਸੀਂ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਕਹਿ ਸਕਦੇ ਹੋ ਕਿ ਅਸੀਂ ਪਲੀਜ਼ ਕੋਈ ਵੀ ਮਾਸਕ ਨਾ ਉਤਾਰੇ, ਆਪਣੇ ਪੂਰੇ ਪ੍ਰੀਵੈਂਸ਼ਨ ਯੂਜ਼ ਕਰੇ, ਪ੍ਰੈਗਨੈਂਸੀ 'ਚ ਵੈਕਸੀਨ ਨਹੀਂ ਲਗਵਾਣੀ। This vaccine whichever is available in India, we are not advising for pregnant women. ਹਾਂਜੀ, ਬ੍ਰੈਸਟ ਫੀਡ ਕਰਾ ਲਿਆ,
ਜੇ ਤੁਸੀਂ ਬ੍ਰੈਸਟ ਫੀਡ ਕਰਾ ਰਹੇ ਹੋ ਐਂਡ ਯੂ ਆਰ ਫੋਰਫਰੰਟ ਇਨ ਦ ਲਾਈਕ ਮੀ ਹੂ ਇਜ਼ ਇਨ ਦ ਸੈਕਟਰ ਜਿੱਥੇ ਤੁਸੀਂ ਐਕਸਪੋਜ਼ਡ ਹੋ, ਯੂ ਸ਼ੁੱਡ ਟੇਕ ਇਟ। then you should take not pregnant but breastfeeding mothers Okay. ਜਿਹੜੇ ਕਿ ਤੁਸੀਂ ਤੁਹਾਡਾ ਕੰਟੈਕਟ ਲੋਕਾਂ ਨਾਲ, ਯੂ ਆਰ ਐਟ ਅ ਰਿਸਕ ਗਰੁੱਪ, ਸੋ ਰਿਸਕ ਪੋਸਟ ਪ੍ਰੈਗਨੈਂਸੀ ਲੈ ਸਕਦੇ ਹੈਗੇ ਹੋ ਤੁਸੀਂ ਇਹ ਕਹਿ ਰਹੇ ਲੈਣੀ ਹੈ। ਬ੍ਰੈਸਟ ਫੀਡਿੰਗ ਇਜ਼ ਨੋ ਕੰਟਰਾਇੰਡੀਕੇਸ਼ਨ, ਓਕੇ ਓਕੇ ਰਾਈਟ? ਬਟ ਆਈ ਵੁੱਡ ਸੁਜੈਸਟ ਕਿ ਤੁਸੀਂ ਇੱਕ ਵੈਕਸੀਨ, ਜੇ ਤੁਸੀਂ ਪਹਿਲਾਂ ਕੋਈ ਵੈਕਸੀਨ ਲਗਾਈ ਹੈ ਜਾਂ ਤੁਸੀਂ ਹੁਣੇ ਹੀ ਡਿਲੀਵਰ ਕੀਤਾ ਹੈ, ਗਿਵ ਅ ਬ੍ਰੇਕ ਆਫ 6 ਵੀਕਸ। ਓਕੇ 6 ਹਫ਼ਤੇ ਦਾ ਜਿਹੜਾ ਛਿੱਲੇ ਦਾ ਪੀਰੀਅਡ ਹੈ ਉਹਨੂੰ ਟਪਾ ਕੇ ਫਿਰ ਲਓ, ਠੀਕ ਹੈ right? Although there is no recommendation कि तुसी ਉਹਨੂੰ ਤਪਾਣਾ ਹੈ, but then I suggest कि at least wait for a little while because there is no shortcut। ਤੁਸੀਂ ਤਾਂ ਵੀ ਵੈਕਸੀਨ ਲਗਾਉਣ ਤੋਂ ਬਾਅਦ ਵੀ ਮਾਸਕ ਯੂਜ਼ ਕਰਨਾ ਹੈ, right? ਮੇਰੀ ਇੱਕ ਛੋਟੀ ਜੀ ਹੋਰ ਗੁਜ਼ਾਰਿਸ਼ ਹੈਗੀ ਹੈ for those people who are staying with pregnant women, ਮਤਲਬ husband, family, right? Pregnant lady is at risk and she cannot be given any treatment, right? So ਜਿਹੜੇ ਰਿਸ਼ਤੇਦਾਰ ਹੈ they have to be extra careful। ਉਹਨਾਂ ਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਾਇਰਸ ਲੈ ਕੇ ਘਰੇ ਨਾ ਆਣ। ਆਮ ਤੌਰ ਤੇ ਪੇਸ਼ੈਂਟ ਪ੍ਰੈਗਨੈਂਟ ਲੇਡੀਜ਼ ਤੇ ਬਾਹਰ ਨਹੀਂ ਜਾ ਰਹੀਆਂ, ਜਾਂ ਹਸਬੈਂਡ ਜਾਂ ਪਰਿਵਾਰ ਦਾ ਹੋਰ ਕੋਈ ਸਦੱਸਯ ਬਾਹਰੋਂ ਲੈ ਕੇ ਆਂਦਾ ਵਾਇਰਸ ਐਂਡ ਪ੍ਰੈਗਨੈਂਟ ਲੇਡੀਜ਼ ਨੂੰ ਇਨਫੈਕਟ ਕਰਦਾ ਹੈ, ਰਾਈਟ? ਸੋ ਇਟ ਇਜ਼ ਮੋਰ ਇੰਪੋਰਟੈਂਟ ਕਿ ਤੁਸੀਂ ਪਰਿਵਾਰ ਵਾਲੇ ਜਿਹੜੇ ਸਦੱਸਯ ਪ੍ਰੈਗਨੈਂਟ ਲੇਡੀਜ਼ ਦੇ ਨਾਲ ਰਹਿੰਦੇ, ਦੇ ਆਰ ਐਕਸਟਰਾ ਕੇਅਰਫੁਲ ਐਂਡ ਦੇ ਡੂ ਨਾਟ ਟੇਕ ਆਫ देयर ਮਾਸਕ। ਹੈਂਡ ਸੈਨੀਟਾਈਜ਼ ਘਰ ਦੇ ਵਿੱਚ ਵੀ ਨਹੀਂ, ਘਰ ਦੇ ਵਿੱਚ ਤੇ ਯੂ ਹੈਵ ਟੂ ਬੀ ਸੈਪਰੇਟ। ਆਈ ਮੀਨ ਜੇ ਤੁਸੀਂ ਬਹੁਤ ਬਾਹਰ ਦਾ ਕੰਮ ਕਰ ਰਹੇ ਹੋ, ਤੁਹਾਡੀ ਬਹੁਤ ਲੋਕਾਂ ਨਾਲ ਬੋਲਚਾਲ ਹੁੰਦੀ ਹੈ, ਯੂ ਕੈਨ ਨਾਟ ਅਫੋਰਡ ਟੂ ਟੇਕ ਐਡਿਕੁਏਟ ਪ੍ਰੀਕਾਸ਼ਨਸ, ਦੈਨ ਡੂ ਨਾਟ ਸਟੇ ਵਿਦ ਯੋਰ ਵਾਈਫ, ਲੈਟ ਹਰ ਬੀ ਇਨ ਅ ਸੈਪਰੇਟ ਰੂਮ। ਠੀਕ ਹੈ। ਔਰ ਇੱਕ ਹੋਰ ਚੀਜ਼, ਪੋਸਟ ਡਿਲੀਵਰੀ ਦੀ ਅਗਰ ਆਪਾਂ ਗੱਲ ਕਰੀਏ, ਤੁਹਾਡੇ ਕੋਲ ਕੋਈ ਕੇਸਿਸ ਆਏ ਹੈਗੇ ਨੇ ਕਿ ਮਦਰ ਕੋਰੋਨਾ ਪੋਜ਼ਿਟਿਵ ਸੀ ਔਰ ਅੱਗੇ ਇਹ ਟ੍ਰਾਂਸਫਰ ਵੀ ਹੋਇਆ ਬੱਚੇ ਦੇ ਵਿੱਚ, ਔਰ ਕੀ ਕੁਝ ਕੰਪਲਿਕੇਸ਼ਨਸ ਰਹੀਆਂ ਹੈਗੀਆਂ ਨੇ? ਦੇਖੋ, ਵੈਸੇ ਬੱਚੇ 'ਚ ਟ੍ਰਾਂਸਫਰ ਦਾ ਹਲੇ ਕੋਈ ਡਾਟਾ ਨਹੀਂ ਅਵੇਲੇਬਲ, ਪਰ ਕੁਝ ਪਲੈਸੈਂਟਾ, ਕੁਝ ਮੈਮਬ੍ਰੇਨ ਜਦੋਂ ਟੈਸਟ ਕੀਤੇ ਗਏ ਰਿਸਰਚ ਵਿੱਚ, ਉਹਨਾਂ 'ਚ ਕੋਵਿਡ ਵਾਇਰਸ ਮਿਲਿਆ ਹੈ, ਰਾਈਟ? ਬਟ ਐਜ਼ ਇਟ ਇਜ਼ ਵਰਟੀਕਲ ਟ੍ਰਾਂਸਮਿਸ਼ਨ, ਮਦਰ ਟੂ ਬੇਬੀ ਟ੍ਰਾਂਸਮਿਸ਼ਨ, ਜਿੱਦਾਂ ਆਪਾਂ ਹੈਪੇਟਾਈਟਿਸ HIV ਦੀ ਕਹਿੰਦੇ, ਉਹ ਨਹੀਂ ਹੁੰਦਾ, ਹੋ ਰਿਹਾ ਐਜ਼ ਆਫ ਦ ਲਿਟਰੇਚਰ ਅਵੇਲੇਬਲ ਟੂਡੇ, ਹੈ ਨਾ? ਅਸੀਂ ਡਾਕੂਮੈਂਟ ਨਹੀਂ ਕੀਤਾ, ਇਸ ਕਰਕੇ ਆਪਾਂ ਬੱਚੇ ਨੂੰ ਜਨਮ ਹੋਣ ਤੇ ਸਾਰੀ ਇਮੀਡੀਏਟਲੀ ਟੈਸਟ ਨਹੀਂ ਕਰਦੇ। We can do it if the ਬੱਚਾ becomes symptomatic, we expect ਕਿ ਬੱਚੇ ਨੂੰ ਕੁਛ ਨਾ ਕੁਛ ਪ੍ਰੋਟੈਕਸ਼ਨ ਹੀ ਮਿਲੀ ਹੋਣੀ ਹੈ, ਮਾਂ ਤੋਂ ਐਂਟੀਬਾਡੀਜ਼ ਗਈਆਂ ਹੀ ਹੋਣਗੀਆਂ, ਸੋ ਬੱਚਾ is not generally at a greater risk। ਓਕੇ। ਐਂਡ ਅਗਰ ਆਪਾਂ ਬ੍ਰੈਸਟ ਫੀਡਿੰਗ ਦੀ ਗੱਲ ਕਰੀਏ, ਅਗਰ ਮਦਰ ਕੋਰੋਨਾ ਪੋਜ਼ਿਟਿਵ ਹੈ ਐਂਡ ਆਫਟਰ ਦ ਡਿਲੀਵਰੀ, ਕੀ ਉਹ ਬ੍ਰੈਸਟ ਫੀਡਿੰਗ ਕਰ ਸਕਦੀ ਹੈਗੀ ਹੈ ਬੇਬੀ ਨੂੰ, ਜਾਂ ਉਹਨੂੰ ਸੈਪਰੇਟ ਰੱਖਣਾ ਪਵੇਗਾ ਬੇਬੀ ਨੂੰ? ਦੇਖੋ, ਸੈਪਰੇਟ ਰੱਖਣ ਦੀ ਕੋਈ ਲੋੜ ਨਹੀਂ ਹੈ, ਠੀਕ ਹੈ? ਜੇ ਤੁਸੀਂ ਮਾਈਲਡ ਸਿੰਪਟਮਸ ਵੀ ਹੈਗੇ ਜਾਂ ਏਸਿਮਟੋਮੈਟਿਕ ਹੋ, ਤਾਂ ਵੀ ਮੂੰਹ ਨੂੰ ਲਪੇਟ ਕੇ, ਕੱਪੜਾ ਪਾ ਕੇ, ਮਾਸਕ ਪਾ ਕੇ, ਦੈਨ ਯੂ ਬ੍ਰੈਸਟ ਫੀਡ। ਹੈਂਡ ਸੈਨੀਟਾਈਜ਼ ਕਰੋ, ਹੈਂਡ ਸੈਨੀਟਾਈਜ਼ ਕਰੋ, ਮਾਸਕ ਪਾਓ, ਬ੍ਰੈਸਟ ਫੀਡ ਕਰੋ, ਤੇ ਬੱਚੇ ਨੂੰ ਫੜਾ ਦਿਓ ਕਿਸੇ ਹੋਰ ਨੂੰ। ਬੱਚੇ ਨੂੰ ਐਟਲੀਸਟ 6 ਫੀਟ ਜਾਂ 2 ਮੀਟਰ ਅਵੇ ਪੇ ਰੱਖੋ। if you have ਕਿ ਨਹੀਂ ਤੁਸੀਂ ਬਹੁਤ ਖਾਂਸੀ ਕਰ ਰਹੇ ਹੋ, ਬੁਖਾਰ ਹੈ, ਤੁਸੀਂ ਕੁਝ ਨਹੀਂ ਕਰ ਸਕਦੇ, then maybe yes you can express the breast milk and give it to somebody ਕਿ ਤੁਸੀਂ ਬੱਚੇ ਨੂੰ ਫੀਡ ਕਰਾ ਦਿਓ, ਰਾਈਟ? ਉਹ ਵੀ ਨਹੀਂ ਹੋ ਸਕਦਾ, ਟੌਪ ਫੀਡ ਕਰਾ ਦਿਓ till 10 days 12 days till you are all okay। ਪਰ in case ਤੁਸੀਂ ਕੰਫਰਟੇਬਲ ਹੋ, ਮਾਈਲਡਲੀ ਸਿੰਪਟੋਮੈਟਿਕ ਹੋ ਜਾਂ ਏਸਿਮਟੋਮੈਟਿਕ ਹੋ, ਫੀਡ ਕਰਾ ਸਕਦੇ ਹੋ, then there is no contraindication, you should breastfeed to the, and breast milk is important for the baby। ਆਖਰੀ ਸਵਾਲ ਮੈਂ ਪੁੱਛਣਾ ਚਾਹੁੰਦੀ ਹਾਂ, ਬਿਕਾਜ਼ ਜ਼ਿਆਦਾਤਰ ਮਹਿਲਾਵਾਂ ਜਿਹੜੀਆਂ ਨੇ ਵਰਕਿੰਗ ਵੂਮਨ ਵੀ ਹੈਗੀਆਂ ਨੇ, ਉਹਨਾਂ ਨੂੰ ਬਾਹਰ ਵੀ ਜਾਣਾ ਪੈਂਦਾ ਹੈ, ਔਰ ਤੁਸੀਂ ਕੀ ਕੁਝ ਪ੍ਰੀਕਾਸ਼ਨਸ ਜਿਹੜੇ ਹੈਗੇ ਆ ਵਰਕਿੰਗ ਵੂਮਨ ਨੂੰ ਜਾਂ ਹੋਰ ਸਾਰੀਆਂ ਔਰਤਾਂ ਨੂੰ ਦੇਣਾ ਚਾਹੁੰਦੇ ਹੈਗੇ ਹੋ ਕਿ ਉਹ ਇਸ ਵਾਇਰਸ ਨੂੰ ਜਿਹੜਾ ਹੈਗਾ ਉਹਦੇ ਕੰਟੈਕਟ ਵਿੱਚ ਨਾ ਆਉਣ? ਦੇਖੋ, ਹੁਣ ਇਟ ਇਜ਼ ਵੈਰੀ ਵੈਰੀ ਕਲੀਅਰ ਕਿ ਟੱਚ ਕਰਨ ਨਾਲ, ਕੱਪੜਿਆਂ ਨੂੰ ਟੱਚ ਕਰਨ ਨਾਲ ਵਾਇਰਸ ਨਹੀਂ ਆ ਰਿਹਾ, ਇਟ ਇਜ਼ ਦ ਡ੍ਰੌਪਲੇਟ ਇਨਫੈਕਸ਼ਨ, ਠੀਕ ਹੈ? ਡ੍ਰੌਪਲੇਟ ਇਨਫੈਕਸ਼ਨ ਦਾ ਮਤਲਬ ਹੈ ਕਿ ਦੂਸਰੇ ਦੀ ਸਾਹ ਤੋਂ ਤੁਹਾਨੂੰ ਹੋ ਰਿਹਾ ਹੈ। ਸੋ ਵਾਟ ਇਜ਼ ਪ੍ਰੀਵੈਂਟਿੰਗ? ਮਾਸਕ। ਹੋ ਸਕਦਾ ਹੈ ਜੇ ਤੁਸੀਂ ਇੱਕ ਕਮਰੇ 'ਚ ਬੈਠੇ ਹੋ, 5 ਬੰਦੇ ਬੈਠੇ ਨੇ, ਸਾਰਿਆਂ ਨੇ ਮਾਸਕ ਲਗਾਇਆ ਹੋਇਆ ਹੈ, AC ਨਹੀਂ ਚੱਲ ਰਿਹਾ, ਯੂ ਸਟਿਲ ਹੈਵ ਅ ਲੋ ਰਿਸਕ, ਰਾਈਟ? ਬਟ ਬੈਟਰ ਹੈ ਕਿ ਤੁਸੀਂ ਕਰਾਊਡਡ ਏਰੀਆ 'ਚ ਨਾ ਜਾਓ, ਬਗੈਰ ਮਾਸਕ ਤੇ ਕੋਈ ਵੀ ਨਾ ਹੋਵੇ, ਨਾ ਤੁਸੀਂ ਹੋ ਨਾ ਤੁਹਾਡੇ ਨਾਲ ਵਾਲਾ ਜਿਹੜਾ ਬੰਦਾ ਜਿਹਦੇ ਨਾਲ ਗੱਲ ਕਰ ਰਹੇ ਹੋ। ਡਿਸਟੈਂਸ ਆਪਣੀ 2 ਫੀਟ ਦੀ, ਆਪਣੀ 2 ਮੀਟਰ ਦੀ ਡਿਸਟੈਂਸ ਜ਼ਰੂਰ ਬਣਾ ਕੇ ਰੱਖੋ। ਆਫਿਸ ਵਿੱਚ ਜੇ ਬਾਈ ਚਾਂਸ
ਸਾਰੇ ਮਾਸਕ ਉਤਾਰ ਕੇ ਬੈਠੇ ਨੇ, ਤੁਸੀਂ ਦੂਸਰੇ ਕਮਰੇ 'ਚ ਬੈਠੋ। ਓਕੇ ਬਿਕੋਜ਼ ਹਿੰਦੁਸਤਾਨ 'ਚ ਤੁਸੀਂ ਕਹਿ ਸਕਦੇ ਹੋ ਪਰ ਤੁਸੀਂ ਫੋਰਸ ਨਹੀਂ ਕਰ ਸਕਦੇ ਕਿਸੇ ਨੂੰ ਮਾਸਕ ਪਾਉਣ ਲਈ। ਆਲਦੋ ਸਰਕਾਰ ਕਹੀ ਜਾ ਰਹੀ ਹੈ ਬਟ ਦੈਨ देयर आर ਪੀਪਲ ਯੂ نو ਪੰਜਾਬ 'ਚ ਅਸੀਂ ਕਿੰਨੇ ਕੁ ਬੰਦੇ ਮਾਸਕ ਪਾ ਰਹੇ ਹੈ ਨਾ। ਸੋ ਆਪਣੀ ਸੇਫਟੀ ਲਈ ਜ਼ਰੂਰੀ ਹੈ ਕਿ ਤੁਸੀਂ ਦੂਰੀ ਤੇ ਬੈਠੋ, हैंड सैनिटाइज करो एंड कमले होके सारे कपड़े धोना, नहान, घर जाके टेक बात लेनी, ओदी कोई लोड नहीं है, राइट। बट यू शुड मेंटेन हाइजीन व्हेन यू आर टचिंग योर फेस। मास्क इज द थिंग जिन्हों उतार के सुटना है। डिस्पोज द मास्क इन द करेक्ट वे, डू नॉट रीयूज इट, do not sit in a crowded place, go to an open area if you have a lot number of people to discuss things, right। ਜਿਹੜੀਆਂ ਪ੍ਰੀਕਾਸ਼ਨ ਯੂਨੀਵਰਸਲੀ ਕਹੀ ਜਾ ਰਹੀਆਂ ਉਹ ਸਾਰੀ ਪ੍ਰੈਗਨੈਂਟ ਲੇਡੀਜ਼ ਨੇ ਯੂਜ਼ ਕਰਨੀਆਂ ਐਂਡ ਟੂ ਦ ਫੈਮਿਲੀ ਮੈਂਬਰਸ ਐਜ਼ ਆਈ ਸੈਡ ਕਿ ਉਹਨਾਂ ਨੂੰ ਵੀ ਕੋਈ ਸ਼ਾਰਟਕਟ ਅਲਾਉਡ ਨਹੀਂ ਹੈ। ਬਿਲਕੁਲ। ਤਾਂ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਬਹੁਤ ਹੀ ਸਾਫ਼ ਸ਼ਬਦਾਂ ਦੇ ਵਿੱਚ ਔਰ ਆਸਾਨ ਸ਼ਬਦਾਂ ਦੇ ਵਿੱਚ ਡਾਕਟਰ ਰਿਤਾਮਰਾ ਭੱਲਾ ਨੇ ਜਿਹੜਾ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਐਕਸਪੈਕਟਿੰਗ ਮਦਰਸ ਜਿਹੜੀਆਂ ਹੈਗੀਆਂ ਨੇ ਉਹ ਆਫ ਕੋਰਸ ਜ਼ਿਆਦਾ ਵਲਨਰੇਬਲ ਸੈਕਸ਼ਨ ਦੇ ਵਿੱਚ ਆਉਂਦੀਆਂ ਨੇ ਕਿਉਂਕਿ ਇਮਿਊਨਿਟੀ ਜਿਹੜੀ ਹੈਗੀ ਹੈ ਇਸ ਵੇਲੇ ਬਹੁਤ ਜ਼ਿਆਦਾ ਲੋ ਹੁੰਦੀ ਹੈ। ਲੇਕਿਨ ਇਸ ਦੇ ਵਿੱਚ ਪੈਨਿਕ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਜਿਹੜੀਆਂ ਪ੍ਰੀਕਾਸ਼ਨਸ ਹੈਗੀਆਂ ਨੇ ਉਹ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਪ੍ਰੀਕਾਸ਼ਨ ਲਿਆ ਜਾਵੇਗਾ ਤਾਂ ਹੀ ਇਸ ਦੇ ਵਿੱਚ ਬਚਾਅ ਹੈਗਾ। ਕੈਮਰਾ ਪਰਸਨ ਧਨੰਜੇ ਸ਼ਰਮਾ ਦੇ ਨਾਲ ਨੇਹਾ ਸ਼ਰਮਾ, PTC ਨਿਊਜ਼, ਚੰਡੀਗੜ੍ਹ।